ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨੌ ਪ੍ਰਕਾਰੀ ਭਗਤ ਕਰ, ਸਾਧੈ ਨਵੈ ਦੁਆਰ ਗੁਰਮਤੀ। ਗੁਰਮੁਖ ਪਿਰਮ ਚਖਾਇਆ, ਗਾਵੈ ਜੀਵ ਰਸਾਇਣ ਰਤੀ। ਨਵੀ ਖੰਡੀ ਜਾਣ ਆਇਆ, ਰਾਜ ਜੋਗ ਜਿਣ ਸਤੀ ਅਸਤੀ। ਨੌ ਘਰ ਸਾਧਿਆ, ਵਰਤਮਾਨ ਪਰਲੋ ਉਤਪਤੀ। ਨਵ ਨਿਧ ਪਿਛ ਲੱਗਣੀ, ਨਾਥ ਅਨਾਥ ਸਨਾਥ ਜੁਗਤੀ। ਨੌ ਉਖਲ ਵਿੱਚ ਉਖਲੀ, ਮਿੱਠੀ ਕੌੜੀ ਠੰਡੀ ਤੱਤੀ। ਸਾਧ ਸੰਗਤ ਗੁਰਮਤਿ ਸਣਖਤੀ, ਸਾਧ ਸੰਗਤ ਗੁਰਮਤਿ ਸਣਖਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਬਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ 'ਤੇ ਬਿਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ 69ਵੀਂ ਵਾਰ ਦੀ 10ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ ਪੌੜੀ ਦੇ ਅੰਦਰ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਦੱਸਦੇ ਹੈ, ਗੁਰਮੁਖ ਪਿਆਰੇ ਰਸਨਾ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਜਪਦਿਆਂ ਹੋਇਆਂ ਆਪਣਾ ਆਪ ਸਫਲ ਬਣਾਉਂਦੇ ਹੈ। ਉਹਨਾਂ ਦੀ ਰਸਨਾ ਸ੍ਰੇਸ਼ਟ ਹੈ, ਸੁਹਾਗਵੰਤੀ ਹੈ, ਕਿਉਂਕਿ ਉਹਨਾਂ ਦੀ ਰਸਨਾ ਪਰਮਾਤਮਾ ਦੇ ਨਾਮ ਨੂੰ ਜਪਦੀ ਹੈ। ਖੰਡਾਂ ਬ੍ਰਹਿਮੰਡਾਂ ਦੇ ਵਿੱਚ ਗੁਰਮੁਖ ਪਿਆਰੇ ਜਾਣੇ ਜਾਂਦੇ ਹੈ। ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਉਹਨਾਂ ਦੀ ਰਸਨਾ ਸਦਾ ਹੀ ਪ੍ਰਭੂ ਦੇ ਪ੍ਰੇਮ ਨਾਮ ਰਸ ਦੇ ਵਿੱਚ ਰਸੀ ਰਹਿੰਦੀ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਭਾਈ ਗੁਰਦਾਸ ਜੀ ਦੇ ਪਵਿੱਤਰ ਅੰਮ੍ਰਿਤ ਬੋਲਾਂ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਨੌ ਪ੍ਰਕਾਰੀ ਭਗਤ ਕਰ, ਸਾਧੈ ਨਵੈ ਦੁਆਰ ਗੁਰਮਤੀ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, 9 ਤਰ੍ਹਾਂ ਦੀ ਭਗਤੀ ਕਰਕੇ ਗੁਰੂ ਦੀ ਮੱਤ ਅਨੁਸਾਰ ਚੱਲਦਿਆਂ ਹੋਇਆਂ ਗੁਰਮੁਖ 9 ਹੀ ਦੁਆਰਾਂ ਨੂੰ, 9 ਗੋਲਕਾਂ ਜਿਹੜੀਆਂ ਨੇ ਇਹਨਾਂ ਨੂੰ ਸਾਧ ਲੈਂਦੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਭਗਤ ਨਵੈ ਪ੍ਰਕਾਰਾ, 9 ਤਰ੍ਹਾਂ ਦੀ ਭਗਤੀ, ਇਸ ਦਾ ਜ਼ਿਕਰ
ਹੋਰ ਗ੍ਰੰਥਾਂ ਦੇ ਵਿੱਚ ਵੀ ਸਾਨੂੰ ਮਿਲਦਾ ਹੈ। ਉਹ 9 ਤਰ੍ਹਾਂ ਦੀ ਭਗਤੀ ਕਿਹੜੀ ਹੈ? ਸਿਮਰਨ, ਕੀਰਤਨ, ਸਰਵਣ, ਪਾਦ ਸੇਵਾ ਜਿਹਨੂੰ ਚਰਨ ਸੇਵਾ ਕਹਿੰਦੇ ਹੈ, ਅਰਚਨਾ, ਵੰਦਨਾ, ਸਖਾ ਭਾਵ, ਦਾਸਾ ਭਾਵ ਅਤੇ ਆਤਮ ਨਿਵੇਦਨ। ਇਹ 9 ਤਰ੍ਹਾਂ ਦੀ ਭਗਤੀ ਹੈ। ਸਭ ਤੋਂ ਪਹਿਲਾਂ ਸਰਵਣ, ਆਪਣੇ ਇਸ਼ਟ ਦੇਵ ਦੀ ਉਸਤਤ ਨੂੰ ਸੁਣਨਾ, ਭਾਵ ਗੁਰੂ ਦੀ ਉਸਤਤ ਸੁਣਨੀ, ਗੁਰੂ ਦੀ ਵਡਿਆਈ ਸੁਣਨੀ। ਦੂਜਾ ਹੈ ਕੀਰਤਨ, ਸਤਿਗੁਰੂ ਦੀ ਪਵਿੱਤਰ ਉਚਾਰਨ ਕੀਤੀ ਹੋਈ ਬਾਣੀ, ਗੁਰਬਾਣੀ ਦਾ ਕੀਰਤਨ ਸਰਵਣ ਕਰਨਾ। ਤੀਜਾ ਹੈ ਸਿਮਰਨ, ਭਾਵ ਨਾਮ ਜਪਣਾ, ਗੁਰੂ ਦਾ ਬਖਸ਼ਿਆ ਨਾਮ, ਗੁਰਮੰਤਰ ਦਾ ਜਾਪ ਕਰਨਾ। ਚੌਥਾ ਹੈ ਚਰਨ ਸੇਵਾ, ਚਰਨਾਂ ਦੀ ਸੇਵਾ ਕਰਨੀ। ਪੰਜਵਾਂ ਹੈ ਅਰਚਨਾ, ਚੰਦਨ ਇਤਿਆਦਿਕ ਸੁਗੰਧੀ ਵਾਲੇ ਪਦਾਰਥਾਂ ਦਾ ਛਿੜਕਾਅ ਕਰਕੇ ਸੇਵਾ ਕਰਨੀ। ਔਰ ਛੇਵਾਂ ਹੈ ਵੰਦਨਾ, ਨਮਸਕਾਰ ਕਰਨੀ, ਮੱਥਾ ਟੇਕਣਾ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਇਸੇ ਤਰ੍ਹਾਂ ਸਤਵਾਂ ਹੈ ਸਖਾ ਭਾਵ, ਆਪਣੇ ਇਸ਼ਟ ਦੇਵ ਨੂੰ ਮਿੱਤਰ ਜਾਣਨਾ। ਅੱਠਵਾਂ ਹੈ ਦਾਸਾ ਭਾਵ, ਹਿਰਦੇ ਵਿੱਚ ਆਪਣੇ ਆਪ ਨੂੰ ਦਾਸ ਜਾਣ ਕੇ ਸੇਵਾ ਕਰਨੀ। ਅਤੇ ਨੌਵਾਂ ਹੈ ਆਤਮ ਨਿਵੇਦਨ, ਤਨ ਮਨ ਧਨ ਸਭ ਕੁਝ ਸਮਰਪਣ ਕਰ ਦੇਣਾ, ਆਪਣੇ ਇਸ਼ਟ ਦੇਵ ਦੇ ਅੱਗੇ ਅਰਪਣ ਕਰ ਦੇਣਾ। ਇਹ 9 ਤਰ੍ਹਾਂ ਦੀ ਭਗਤੀ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, 9 ਪ੍ਰਕਾਰੀ ਭਗਤ ਕਰ, ਸਾਧੈ ਨਵੈ ਦੁਆਰ ਗੁਰਮਤੀ। ਗੁਰੂ ਦੀ ਮੱਤ ਲੈ ਕੇ 9 ਤਰ੍ਹਾਂ ਦੀ ਭਗਤੀ ਕਰਦਿਆਂ ਹੋਇਆਂ ਗੁਰਮੁਖ ਪਿਆਰੇ 9 ਗੋਲਕਾਂ ਨੂੰ ਸਾਧ ਲੈਂਦੇ ਹੈ। ਸੋ 9 ਦਰਵਾਜ਼ੇ ਜਿਹੜੇ ਨੇ ਇਹਨਾਂ ਨੂੰ ਸਾਧਦੇ ਹੈ। ਵਿਸ਼ੇ ਰਸ ਇਹਨਾਂ ਤੋਂ ਉੱਪਰ ਉੱਠ ਜਾਂਦੇ ਹੈ। ਸੋ ਇਸ ਤਰ੍ਹਾਂ ਗੁਰਮੁਖ ਪਿਆਰੇ ਗੁਰੂ ਦੀ ਮੱਤ ਸਿੱਖਿਆ ਲੈ ਕੇ ਗੁਰਮਤਿ ਅਨੁਸਾਰ ਚੱਲਦੇ ਹੈ ਅਤੇ 9 ਗੋਲਕਾਂ ਇਹਨਾਂ ਦੇ ਰਸਾਂ ਦੇ ਵਿੱਚ ਨਹੀਂ ਫਸਦੇ ਹੈ। ਅਥਵਾ 9 ਪ੍ਰਕਾਰੀ ਭਗਤ ਕਰ, ਸਾਧੈ ਨਵੈ ਦੁਆਰ ਗੁਰਮਤੀ। 9 ਤਰ੍ਹਾਂ ਦੀ ਭਗਤੀ ਕਰਕੇ ਭਗਤ ਜਨ ਜੋ 9 ਦਰਵਾਜ਼ੇ ਸਾਧਦੇ ਹੈ, ਗੁਰਮੁਖਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਪ੍ਰੇਮਾ ਭਗਤੀ ਦੁਆਰਾ 9 ਦੁਆਰ ਸਾਧ ਲਏ। ਪ੍ਰੇਮਾ ਭਗਤੀ ਸਭ ਤੋਂ ਮਹਾਨ, ਸਭ ਤੋਂ ਉੱਤਮ ਹੈ। ਨਵਦਾ ਭਗਤੀ ਵੀ ਮਹਾਨ ਹੈ, ਪਰ ਪ੍ਰੇਮਾ ਭਗਤੀ ਜਿਹੜੀ ਹੈ ਨਾ, ਇਹ ਸਭ ਤੋਂ ਉੱਤਮ ਹੈ। ਪ੍ਰੇਮਾ ਭਗਤੀ ਗੁਰਮੁਖ ਪਿਆਰੇ ਕਰਦੇ ਹੋਏ ਗੁਰੂ ਨੂੰ ਪ੍ਰਵਾਨ ਹੋ ਜਾਂਦੇ ਹੈ। ਗੁਰਮੁਖ ਪਿਰਮ ਚਖਾਇਆ, ਗਾਵੇ ਜੀਵ ਰਸਾਇਣ ਰਤੀ। ਗੁਰੂ ਨੇ ਰਹਿਮਤ ਕਰਕੇ ਗੁਰਮੁਖਾਂ ਨੂੰ ਪ੍ਰੇਮ ਰਸ ਚਖਾਇਆ ਹੈ। ਇਸ ਲਈ ਉਹਨਾਂ ਗੁਰਮੁਖਾਂ ਦੀ ਜੀਭਾ, ਉਹਨਾਂ ਦੀ ਰਸਨਾ ਪਰਮਾਤਮਾ ਦਾ ਨਾਮ ਜੋ ਰਸਾਂ ਦਾ ਘਰ ਹੈ, ਉਹਦੇ ਵਿੱਚ ਰਤੀ ਹੋਈ ਸਦਾ ਹੀ ਗੁਣ ਗਾਉਂਦੀ ਹੈ, ਸਦਾ ਹੀ ਵਾਹਿਗੁਰੂ ਦੀਆਂ ਸਿਫਤਾਂ ਕਰਦੀ ਹੈ, ਪ੍ਰਭੂ ਦਾ ਜਸ ਗਾਇਨ ਕਰਦੀ ਹੈ ਗੁਰਮੁਖਾਂ ਦੀ ਜੀਭਾ। ਨਵੀ ਖੰਡੀ ਜਾਣ ਆਇਆ, ਰਾਜ ਜੋਗ ਜਿਣ ਸਤੀ ਅਸਤੀ। ਗੁਰਮੁਖ ਪਿਆਰੇ ਪ੍ਰੇਮਾ ਭਗਤੀ ਕਰਦੇ ਹੈ ਅਤੇ ਗੁਰਮੁਖਾਂ ਨੇ ਰਾਜ ਜੋਗ ਕਰਕੇ ਜਿਣ ਸਤੀ ਅਸਤੀ, ਭਾਵ ਜੇ ਇਹ ਹੈ ਵੀ ਭਲੇ ਅਤੇ ਬੁਰੇ ਜਿਹੜੇ ਗੁਣ ਨੇ ਉਹਨਾਂ ਨੂੰ ਜਿੱਤ ਲਿਆ ਹੈ ਅਤੇ ਆਪਣੇ ਆਪ ਨੂੰ 9 ਖੰਡਾਂ ਦੇ ਵਿੱਚ ਜਣਾਇਆ, ਪ੍ਰਗਟ ਕੀਤਾ ਹੈ। 9 ਖੰਡ ਜਿਹੜੇ ਨੇ ਧਰਤੀ ਦੇ, ਉਹ 9 ਖੰਡਾਂ ਦੇ ਵਿੱਚ ਹੀ ਗੁਰਮੁਖ ਪਿਆਰੇ ਵਿਦਿਤ ਹੋ ਜਾਂਦੇ ਹੈ, ਪ੍ਰਗਟ ਹੋ ਜਾਂਦੇ ਹੈ।
ਭਲੇ ਬੁਰੇ ਗੁਣ ਜਿੰਨੇ ਸਾਰਿਆਂ ਨੂੰ ਉਹ ਜਿੱਤ ਲੈਂਦੇ ਹੈ ਔਰ ਰਾਜ ਜੋਗ ਸਦਾ ਹੀ ਮਾਣਦੇ ਹੈ। ਨੌ ਘਰ ਸਾਧਿਆ ਵਰਤਮਾਨ ਪਰਲੋ ਉਤਪਤੀ। ਨੌ ਕਲਾ ਦੇ ਰਾਹੀਂ ਗੁਰਮੁਖਾਂ ਨੇ ਇਹ ਜਿਹੜਾ 9 ਗੋਲਕਾਂ ਵਾਲਾ ਸਰੀਰ ਹੈ ਨਾ, ਨਵਾਂ ਘਰ ਸੰਸਾਰ ਹੈ, ਇਸ ਨੂੰ ਸਾਧ ਲਿਆ ਹੈ, ਇਹਨੂੰ ਜਿੱਤ ਲਿਆ ਹੈ। ਵਰਤਮਾਨ ਪਰਲੋ ਉਤਪਤੀ, ਤੇ 3 ਕਾਲ ਜਿਹੜੇ ਨੇ, ਵਰਤਮਾਨ ਤੇ ਇੱਕ ਉਤਪਤੀ ਦਾ ਤੇ ਇੱਕ ਪਰਲੋ ਦਾ। ਜਦੋਂ ਸੰਸਾਰ ਦੀ ਉਤਪਤੀ ਹੋਈ ਉਹ, ਤੇ ਜਦੋਂ ਪਰਲੋ ਹੋਣੀ ਹੈ, ਸਾਰਾ ਵਿਨਾਸ਼ ਹੋਣਾ ਹੈ, ਤੇ ਇੱਕ ਜਿਹੜਾ ਸਮਾਂ ਇਹ ਚੱਲ ਰਿਹਾ ਹੈ। ਸੋ ਤਿੰਨਾਂ ਹੀ ਕਾਲਾਂ, ਤਿੰਨਾਂ ਹੀ ਸਮਿਆਂ ਨੂੰ ਗੁਰਮੁਖਾਂ ਨੇ ਜਿੱਤ ਲੈਣਾ ਕੀਤਾ ਹੈ। ਨਵ ਨਿਧ ਪਿਛ ਲੱਗਣੀ, ਨਾਥ ਅਨਾਥ ਸਨਾਥ ਜੁਗਤੀ। 9 ਨਿਧੀਆਂ ਗੁਰਮੁਖਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਨਾਥ ਅਨਾਥ ਸਨਾਥ ਜੁਗਤੀ, ਨਾਥਾਂ ਅਨਾਥਾਂ ਨੂੰ ਜੁਗਤੀ ਦੇ ਰਾਹੀਂ ਗੁਰਮੁਖ ਪਿਆਰੇ ਸਨਾਥ ਕਿਰਤਾਰਥ ਕਰ ਦਿੰਦੇ ਹੈ, ਉਹਨਾਂ ਨੂੰ ਨਿਹਾਲ ਕਰ ਦਿੰਦੇ ਹੈ। 9 ਉਖਲ ਵਿੱਚ ਉਖਲੀ, ਮਿੱਠੀ ਕੌੜੀ ਠੰਡੀ ਤੱਤੀ। 9 ਗੋਲਕਾਂ ਦੇ ਵਿੱਚੋਂ ਜੋ ਇਹ ਜੀਭਾ ਗੋਲਕ ਹੈ, ਇਹ ਜਿਹੜੀ ਜ਼ੁਬਾਨ ਹੈ, ਮਿੱਠੀ ਕੌੜੀ, ਕਦੇ ਮਿੱਠੀ ਹੈ, ਕਦੇ ਕੌੜੀ ਹੈ, ਕਦੇ ਠੰਡੀ ਹੈ, ਕਦੇ ਤੱਤੀ ਹੈ। ਮਿੱਠੇ ਬੋਲ ਬੋਲਦੀ ਹੈ ਉਦੋਂ ਠੰਡੀ ਹੈ, ਕੌੜੇ ਬੋਲ ਬੋਲਦੀ ਹੈ ਉਦੋਂ ਤੱਤੀ ਹੈ। ਇਹ ਜਿਹੜੀ ਸਰੀਰ ਦੀਆਂ 9 ਗੋਲਕਾਂ ਨੇ ਨਾ, 9 ਗੋਲਕਾਂ ਦੇ ਵਿੱਚੋਂ ਜਿਹੜੀ ਜੀਭਾ ਹੈ, ਜ਼ੁਬਾਨ ਹੈ, ਇਹ ਕਦੇ ਕੌੜੇ ਤੇ ਕਦੇ ਮਿੱਠੇ ਬੋਲ ਬੋਲਣ ਵਾਲੀ, ਠੰਡੇ ਤੱਤੇ ਬੋਲ ਬੋਲਣ ਵਾਲੀ ਹੈ। ਸਾਧ ਸੰਗਤ ਗੁਰਮਤਿ ਸਣਖਤੀ, ਗੁਰਮੁਖ ਪਿਆਰੇ ਸਾਧ ਸੰਗਤ ਕਰਦਿਆਂ, ਗੁਰੂ ਦੀ ਮੱਤ ਗ੍ਰਹਿਣ ਕਰਕੇ, ਨਾਮ ਜਪਦਿਆਂ ਇਸ ਜ਼ੁਬਾਨ ਨੂੰ, ਰਸਨਾ ਨੂੰ ਸਣਖਤੀ ਸ੍ਰੇਸ਼ਟ ਬਣਾ ਲੈਂਦੇ ਹੈ। ਇਹ ਜਿਹੜੀ ਜੀਭਾ ਨਾ, ਗੁਰੂ ਦੀ ਸਿੱਖਿਆ ਲੈ ਕੇ ਗੁਰਮੁਖਾਂ ਦੀ ਇਹ ਜੀਭਾ ਸੁਹਾਗਵਤੀ ਹੋਈ ਹੈ। ਇਹ ਜੀਭਾ ਮਾਲਕ ਦੇ ਪ੍ਰੇਮ ਰਸ ਦੇ ਵਿੱਚ, ਉਹਦੇ ਨਾਮ ਰਸ ਦੇ ਵਿੱਚ ਹੀ ਰਸੀ ਰਹਿੰਦੀ ਹੈ। ਇਸ ਜ਼ੁਬਾਨ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਆਇਆ ਹੈ। ਸੋ ਇਸ ਲਈ ਫਿਰ ਉਹਨਾਂ ਗੁਰਮੁਖਾਂ ਦੀ ਜੀਭਾ ਕਦੇ ਕੌੜੇ ਬੋਲ ਨਹੀਂ ਬੋਲਦੀ, ਉਹ ਸਦਾ ਹੀ ਪ੍ਰੇਮ ਦੇ ਬੋਲ ਬੋਲਦੀ ਹੈ। ਅਗਲੀ 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹੈ, ਗੁਰੂ ਕਾ ਸਿੱਖ, ਉਹਦੀ ਮਾਨਸਿਕ ਦ੍ਰਿਸ਼ਟੀ ਕਿਵੇਂ ਦੀ ਹੋਵੇ, ਜੀਵਨ ਗੁਰੂ ਕੇ ਸਿੱਖ ਦਾ ਉੱਚਾ ਸੁੱਚਾ ਹੋਵੇ, ਉਹਦਾ ਜ਼ਿਕਰ ਇਸ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਕਰ ਰਹੇ ਹੈ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ। ਗੁਰੂ ਕਾ ਸਿੱਖ ਦੇਖ ਪਰਾਈਆਂ ਚੰਗੀਆਂ, ਪਰਾਈਆਂ ਸੁੰਦਰ ਇਸਤਰੀਆਂ ਨੂੰ ਦੇਖ ਕੇ ਮਾਵਾਂ ਭੈਣਾਂ ਤੇ ਧੀਆਂ ਜਾਣੇ। ਉਮਰ ਤੋਂ ਵੱਡੀਆਂ ਨੂੰ ਮਾਵਾਂ ਜਾਣੇ, ਬਰਾਬਰ ਦੀਆਂ ਉਮਰ ਵਾਲੀਆਂ ਉਹਨਾਂ ਨੂੰ ਭੈਣਾਂ ਜਾਣੇ, ਤੇ ਛੋਟੀਆਂ ਜਿਹੜੀਆਂ ਨੇ ਉਹਨਾਂ ਨੂੰ ਧੀਆਂ ਜਾਣੇ। ਐਸੀ ਮਨ ਵਿੱਚ ਭਾਵਨਾ ਹੋਵੇ, ਐਸੀ ਮਾਨਸਿਕ ਗੁਰੂ ਕੇ ਸਿੱਖ ਦੀ ਅਵਸਥਾ ਹੋਵੇ, ਜੀਵਨ ਉੱਚਾ ਹੋਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਮਹਾਰਾਜ ਨੇ ਵੀ ਵਾਰ-ਵਾਰ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ, ਪਰ ਘਰ ਜਾਏ ਨਾ ਮਨ ਡੋਲਾਏ, ਸਹਿਜ ਨਿਰੰਤਰ ਰਹੋ ਸਮਾਏ। ਕਦੇ ਵੀ ਗੁਰੂ ਕੇ ਸਿੱਖ ਨੇ ਆਪਣਾ ਮਨ ਨਹੀਂ ਡਲਾਉਣਾ। ਪਰ ਧਨ ਪਰ ਦਾਰਾ ਸਿਓ ਰਚਿਓ, ਬਿਰਥਾ ਜਨਮ ਸਿਰਾਵੇ। ਜਿਹੜਾ ਪਰ ਧਨ ਪਰ ਇਸਤਰੀ ਦੇ ਖਿਆਲਾਂ ਨੂੰ ਹੀ ਸਦਾ ਮਨ ਵਿੱਚ ਟਿਕਾਈ ਰੱਖਦਾ ਹੈ, ਉਹਦਾ ਜਨਮ ਸਾਰਾ ਵਿਅਰਥ ਹੈ। ਸੋ ਇਸ ਲਈ
ਗੁਰੂ ਕੇ ਸਿੱਖ ਨੇ ਪਰ ਧਨ ਤੇ ਪਰ ਨਿੰਦਿਆ ਤੋਂ ਸਦਾ ਹੀ ਬਚ ਕੇ ਰਹਿਣਾ ਹੈ। ਪਰ ਧਨ ਪਰ ਦਾਰਾ ਪਰ ਹਰੀ, ਤਾਂ ਕੈ ਨਿਕਟ ਬਸੈ ਨਰ ਹਰੀ। ਭਗਤ ਨਾਮਦੇਵ ਜੀ ਦਾ ਉੱਤਮ ਉਪਦੇਸ਼ ਹੈ। ਰਹਿਤਨਾਮਿਆਂ ਦੇ ਵੀ ਆਪਾਂ ਇਹ ਬਚਨ ਪੜ੍ਹਦੇ ਹਾਂ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸੋਂ ਰਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਪਰ ਇਸਤਰੀ ਨੂੰ ਮਾਤਾ ਜਾਣਨਾ ਹੈ, ਪਰ ਬੇਟੀ ਨੂੰ ਆਪਣੀ ਬੇਟੀ ਧੀ ਜਾਣਨਾ ਹੈ। ਆਪਣੀ ਇਸਤਰੀ ਸੋਂ ਰਤ ਹੋਈ, ਰਹਿਤਵਾਨ ਗੁਰ ਕਾ ਸਿੰਘ ਸੋਈ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ। ਸੋ ਇਸ ਤਰ੍ਹਾਂ ਸਿੱਖ ਦਾ ਜੀਵਨ ਜਿਹੜਾ ਨਾ ਉੱਚਾ ਹੋਵੇ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ, ਉਸ ਸੂਅਰ ਉਸ ਗਾਏ ਹੈ, ਪਰ ਧਨ ਹਿੰਦੂ ਮੁਸਲਮਾਨ। ਜਿਹੜਾ ਪਰਾਇਆ ਧਨ ਹੈ ਉਹ ਹਿੰਦੂ ਲਈ ਗਊ ਖਾਣ ਦੇ ਤੁੱਲ ਅਤੇ ਮੁਸਲਮਾਨ ਲਈ ਸੂਰ ਖਾਣ ਦੇ ਬਰਾਬਰ ਹੈ। ਮੁਸਲਮਾਨ ਲਈ ਸੂਰ ਖਾਣਾ ਹਰਾਮ ਹੈ, ਹਿੰਦੂ ਲਈ ਗਊ ਖਾਣੀ ਹਰਾਮ ਹੈ। ਜਿਵੇਂ ਉਹਨਾਂ ਲਈ ਹਿੰਦੂ ਲਈ ਗਊ ਅਤੇ ਮੁਸਲਮਾਨ ਲਈ ਸੂਰ ਹੈ, ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਨਾ ਉਹਦੇ ਵਾਸਤੇ ਪਰਾਇਆ ਧਨ ਹੈ। ਉਹ ਪਰਾਏ ਧਨ ਨੂੰ ਕਦੇ ਵੀ ਚੁਰਾਉਂਦਾ ਨਹੀਂ, ਕਦੇ ਵੀ ਅੰਗੀਕਾਰ ਨਹੀਂ ਕਰਦਾ। ਕਲਗੀਧਰ ਮਹਾਰਾਜ ਜੀ ਦੇ ਬਚਨ ਹਨ, ਹੋ ਪਰ ਧਨ ਪਾਹਨ ਤੁਲ, ਤ੍ਰਿਆ ਪਰਮਾਤ ਹਮਾਰੇ। ਪਰ ਧਨ ਤਾਂ ਪੱਥਰ ਦੇ ਬਰਾਬਰ ਹੈ, ਔਰ ਤ੍ਰਿਆ ਉਹ ਮਾਤਾ ਦੇ ਬਰਾਬਰ ਹੈ, ਇਸਤਰੀ। ਸੋ ਇਸ ਤਰ੍ਹਾਂ ਪਰਾਇਆ ਧਨ ਜਿਹੜਾ ਨਾ ਉਹ ਕਦੇ ਵੀ ਗੁਰੂ ਕਾ ਸਿੱਖ ਚੁਰਾਉਂਦਾ ਨਹੀਂ, ਪਰਾਇਆ ਧਨ ਖੋਹਦਾ ਨਹੀਂ, ਪਰਾਏ ਧਨ ਨੂੰ ਉਹ ਹੱਥ ਨਹੀਂ ਲਾਉਂਦਾ, ਹੱਕ ਦੀ ਹੀ ਕਮਾਈ ਕਰਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਦੇ ਵਿੱਚ ਵੀ ਅਸੀਂ ਇਹ ਹਜ਼ੂਰ ਦੇ ਬੋਲ ਪੜ੍ਹਦੇ ਹਾਂ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਤਾਂ ਹੀ ਹਾਮੀ ਭਰਦੇ ਆ, ਗਵਾਹੀ ਦਿੰਦੇ ਆ, ਜਦੋਂ ਮੁਰਦਾਰ ਪਰਾਇਆ ਹੱਕ ਰੂਪੀ ਮੁਰਦਾ ਨਹੀਂ ਖਾਂਦਾ। ਸੋ ਇਸ ਲਈ ਪਰਾਇਆ ਹੱਕ ਜਿਹੜਾ ਨਾ, ਪਰਾਇਆ ਧਨ, ਉਹ ਕਦੇ ਵੀ ਸਿੱਖ ਨੇ ਗ੍ਰਹਿਣ ਨਹੀਂ ਕਰਨਾ। ਪੁੱਤਰ ਕਲਤਰ ਕੁਟੰਬ ਦੇਖ, ਮੋਹੇ ਮੋਹੇ ਨਾ ਤੋਹੇ ਤਿੰਘਾਣੈ। ਪੁੱਤਰ ਅਤੇ ਕਲਤਰ ਇਸਤਰੀ ਅਤੇ ਕੁਟੰਬ ਪਰਿਵਾਰ ਨੂੰ ਵੇਖ ਕੇ ਕਦੇ ਵੀ ਗੁਰੂ ਕਾ ਸਿੱਖ ਮੋਹਿਤ ਨਾ ਹੋਵੇ, ਅਤੇ ਕਿਸੇ ਨਾਲ ਧੋਖਾ ਨਾ ਕਰੇ, ਕਿਸੇ ਨਾਲ ਜ਼ਬਰਦਸਤੀ ਨਾ ਕਰੇ, ਭਾਵ ਧੱਕਾ ਨਾ ਕਰੇ। ਮੋਹੇ ਮੋਹੇ ਨਾ ਤੋਹੇ ਤਿੰਘਾਣੈ, ਤੋਹੇ ਕਹਿੰਦੇ ਧੋਖਾ, ਨਾ ਧੋਖਾ ਕਰੇ ਕਿਸੇ ਨਾਲ, ਛਲ ਕਪਟ ਨਾ ਕਰੇ, ਨਾ ਹੀ ਤਿੰਘਾਣੇ ਕਿਸੇ ਨਾਲ ਧੱਕਾ ਕਰੇ। ਸੋ ਗੁਰੂ ਕਾ ਸਿੱਖ ਨਿਮਰਤਾ ਦੇ ਵਿੱਚ ਰਹੇ। ਉਸਤਤ ਨਿੰਦਾ ਕੰਨ ਸੁਣ, ਆਪਹੁ ਬੁਰਾ ਨ ਆਖ ਵਖਾਣੈ। ਉਸਤਤ ਅਤੇ ਨਿੰਦਾ ਕੰਨਾਂ ਦੇ ਨਾਲ ਸੁਣ ਕੇ ਕਿਸੇ ਦੀ ਉਸਤਤ ਨਿੰਦਿਆ ਨਾ ਕਰੇ, ਸਗੋਂ ਆਪਣੇ ਆਪ ਨੂੰ ਸਾਰਿਆਂ ਤੋਂ ਬੁਰਾ ਹੀ ਜਾਣੇ। ਆਪਹੁ ਬੁਰਾ ਨਾ ਆਖ ਵਖਾਣੈ, ਆਪ ਕਿਸੇ ਨੂੰ ਬੁਰਾ ਨਾ ਕਹੇ। ਕਈ ਵਾਰ ਹੁੰਦਾ ਨਾ, ਕਿਸੇ ਨੇ ਆ ਕੇ ਕਿਸੇ ਦੀ ਨਿੰਦਿਆ ਕੀਤੀ, ਉਹ ਹਾਮੀ ਭਰਨ ਲਈ ਲੱਗ ਪੈਂਦਾ ਵੀ ਹਾਂ ਹਾਂ ਬੰਦਾ ਤਾਂ ਇੱਦਾਂ ਦਾ ਹੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਤੁਹਾਡੇ ਕੋਲ ਆ ਕੇ ਕੋਈ ਕਿਸੇ ਦੀ ਨਿੰਦਿਆ ਉਸਤਤ ਕਰਦਾ ਹੈ, ਆਪ ਤੁਸੀਂ ਉਸ ਨੂੰ ਬੁਰਾ ਨਾ ਕਹੋ। ਉਹਦੀ ਬਾਣ, ਉਹਦੀ ਆਦਤ ਹੈ ਨਿੰਦਿਆ ਚੁਗਲੀ ਕਰਨੀ, ਨਿੰਦਿਆ ਉਸਤਤ ਕਰਨੀ। ਸੋ ਗੁਰੂ ਕਾ ਸਿੱਖ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ, ਉਹ ਤਾਂ ਸਗੋਂ ਆਪਣੇ ਆਪ ਨੂੰ ਸਾਰਿਆਂ ਤੋਂ ਬੁਰਾ ਜਾਣਦਾ ਹੈ। ਵੱਡ ਪ੍ਰਤਾਪ ਨ ਆਪ ਗਣ, ਕਰ ਅਹੰ ਮਿਓ ਨ ਕਿਸੈ ਰੰਜਾਣੈ। ਆਪਣੇ ਆਪ ਨੂੰ ਵੱਡੇ ਪ੍ਰਤਾਪ ਵਾਲਾ ਨਾ ਜਾਣੇ, ਅਤੇ ਨਾ ਹੀ ਹੰਕਾਰ ਕਰਕੇ ਕਿਸੇ ਨੂੰ ਰੰਜਾਣੇ, ਦੁੱਖ ਦੇਵੇ। ਹੰਕਾਰ ਕਰਕੇ ਕਦੇ ਕਿਸੇ ਨੂੰ ਦੁੱਖ ਨਾ ਦੇਵੇ। ਸਿੱਖ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ, ਸਰਬੱਤ ਦਾ ਭਲਾ ਲੋਚਦਾ ਹੈ,
ਕਿਸੇ ਨੂੰ ਦੁੱਖ ਨਹੀਂ ਦਿੰਦਾ। ਤਾਂ ਇਹ ਸਿੱਖ ਦਾ ਜੀਵਨ ਹੋਣਾ ਚਾਹੀਦਾ, ਕਿਸੇ ਨੂੰ ਦੁਖੀ ਨਾ ਕਰੇ। ਗੁਰਮੁਖ ਸੁਖ ਫਲ ਪਾਇਆ, ਰਾਜ ਜੋਗ ਰਸ ਰਲਿਆ ਮਾਣੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ ਵੀ ਜਿਨ੍ਹਾਂ ਦਾ ਗੁਰਸਿੱਖਾਂ ਦਾ ਐਸਾ ਜੀਵਨ ਹੈ, ਉਹਨਾਂ ਗੁਰੂ ਕੇ ਸਿੱਖਾਂ ਨੇ ਸੁਖ ਫਲ ਨੂੰ ਪਾਇਆ ਹੈ। ਰਾਜ ਜੋਗ ਰਸ ਰਲੀਆਂ ਮਾਣੈ, ਉਹ ਰਾਜ ਜੋਗ ਦਾ ਆਨੰਦ ਅਤੇ ਖੁਸ਼ੀਆਂ ਸਦਾ ਹੀ ਮਾਣਦੇ ਰਹਿੰਦੇ ਹੈ, ਸਦਾ ਹੀ ਖੇੜੇ ਦੇ ਵਿੱਚ ਰਹਿੰਦੇ ਹੈ। ਸਾਧ ਸੰਗਤ ਵਿਟਹੁ ਕੁਰਬਾਨੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਮੈਂ ਸਾਧ ਸੰਗਤ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ, ਜਿੱਥੋਂ ਇਹ ਉੱਤਮ ਗੁਣ ਪ੍ਰਾਪਤ ਹੁੰਦੇ ਹੈ। ਇਹ ਜੀਵਨ ਸਫਲ ਬਣਾਉਣ ਵਾਸਤੇ ਜਿੱਥੋਂ ਇਹ ਉੱਤਮ ਸਿੱਖਿਆ ਮਿਲਦੀ ਹੈ ਸਾਧ ਸੰਗਤ ਦੇ ਵਿੱਚੋਂ, ਮੈਂ ਸਾਧ ਸੰਗਤ ਤੋਂ ਕੁਰਬਾਨ ਜਾਂਦਾ ਹਾਂ, ਵਾਰਨੇ ਬਲਿਹਾਰਨੇ ਜਾਂਦਾ ਹਾਂ। ਅਗਲੀ ਪੌੜੀ ਦੇ ਵਿੱਚ 12ਵੀਂ ਪੌੜੀ ਵਿੱਚ ਗੁਰਮੁਖਾਂ ਦੀ ਅਵਸਥਾ ਦਾ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰ ਰਹੇ ਹੈ। ਗੁਰਮੁਖ ਪਿਰਮ ਚਖਾਇਆ, ਭੁੱਖ ਨਾ ਖਾਣ ਪੀਣ ਅੰਨ ਪਾਣੀ। ਗੁਰਮੁਖਾਂ ਨੇ ਪ੍ਰਭੂ ਦੇ ਪ੍ਰੇਮ ਰਸ ਨੂੰ ਚਖਿਆ ਹੈ, ਆਪ ਪ੍ਰੇਮ ਰਸ ਨੂੰ ਚਖਿਆ ਹੈ, ਚਖਾਇਆ ਅਤੇ ਹੋਰਾਂ ਦੇ ਤਾਈਂ ਵੀ ਪ੍ਰੇਮ ਰਸ ਨੂੰ ਚਖਾਇਆ ਹੈ। ਆਪ ਉਸ ਆਨੰਦ ਨੂੰ ਮਾਣਿਆ ਅਤੇ ਹੋਰਾਂ ਦੇ ਤਾਈਂ ਵੀ ਉਹ ਆਨੰਦ ਪ੍ਰੇਮ ਰਸ ਦਾ ਬਖਸ਼ਿਆ ਹੈ। ਭੁੱਖ ਨਾ ਖਾਣ ਪੀਣ ਅੰਨ ਪਾਣੀ, ਇਸ ਲਈ ਉਹਨਾਂ ਨੂੰ ਅੰਨ ਪਾਣੀ ਅਤੇ ਖਾਣ ਪੀਣ ਦੀ ਭੁੱਖ ਤੋਂ ਭਾਵ ਤ੍ਰਿਸ਼ਨਾ ਨਹੀਂ ਰਹਿੰਦੀ। ਉਹਨਾਂ ਦੇ ਮਨ ਵਿੱਚ ਖਾਣ ਪੀਣ ਦੀ ਤ੍ਰਿਸ਼ਨਾ ਨਹੀਂ ਹੁੰਦੀ। ਸਰੀਰਕ ਭੁੱਖ ਤਾਂ ਲੱਗਦੀ ਹੈ, ਪਰ ਸੰਜਮ ਵਿੱਚ ਰਹਿ ਕੇ ਭੋਜਨ ਛਕਦੇ ਹੈ। ਪਰ ਅੰਦਰ ਜਿਹੜੀ ਤ੍ਰਿਸ਼ਨਾ ਹੁੰਦੀ ਹੈ ਨਾ, ਪਦਾਰਥਾਂ ਦਾ ਰਸ ਲਈਏ, ਕਦੇ ਆਹ ਪਦਾਰਥ ਕਦੇ ਉਹ ਪਦਾਰਥ, ਕਦੀ ਖੱਟੇ ਕਦੀ ਮਿੱਠੇ ਕਦੇ ਸਲੂਣੇ, ਵੱਖ ਵੱਖ ਤਰ੍ਹਾਂ ਦੇ, ਕਦੇ ਤਲੇ ਹੋਏ, ਤਾਂ ਉਹਨਾਂ ਦੇ ਅੰਦਰ ਇਹ ਤ੍ਰਿਸ਼ਨਾ ਨਹੀਂ ਹੁੰਦੀ। ਬਾਬਾ ਫਰੀਦ ਸਾਹਿਬ ਜੀ ਦਾ ਜੀਵਨ ਪੜ੍ਹੋ, ਕਿੰਨਾ ਸੰਜਮ ਵਾਲਾ ਜੀਵਨ ਸੀ। ਤਾਂ ਹੀ ਆਪ ਜੀ ਦੇ ਸ਼ਲੋਕ ਅਸੀਂ ਪੜ੍ਹਦੇ ਹਾਂ, ਫਰੀਦਾ ਰੁੱਖੀ ਸੁਖੀ ਖਾਏ ਕੈ, ਠੰਡਾ ਪਾਣੀ ਪੀਓ, ਵੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਪਰਾਈ ਚੋਪੜੀ ਵੇਖ ਕੇ ਆਪਣਾ ਜੀ ਨਾ ਤਰਸਾ। ਭਾਵ ਇਹ ਹੈ ਵੀ ਤੇਰੀ ਜਿਹੜੀ ਕਮਾਈ ਉਹ ਹੱਕ ਦੀ ਹੋਵੇ, ਕਿਸੇ ਨੂੰ ਲੁੱਟਿਆ ਨਾ ਹੋਵੇ, ਕਿਸੇ ਦਾ ਧਨ ਖੋਇਆ ਨਾ ਹੋਵੇ। ਜਿਵੇਂ ਮਹਾਰਾਜ ਜੀ ਨੇ ਭਾਈ ਲਾਲੋ ਕੋਲ ਜਾ ਕਰਕੇ ਅਤੇ ਜਦੋਂ ਮਲਕ ਭਾਗੋ ਨੇ ਸੱਦਾ ਦਿੱਤਾ, ਪਹਿਲਾਂ ਤਾਂ ਸਤਿਗੁਰੂ ਗਏ ਨਹੀਂ, ਵਾਰ-ਵਾਰ ਕਹਿਣ 'ਤੇ ਜਦੋਂ ਮਹਾਰਾਜ ਪਹੁੰਚਦੇ ਹੈ ਅਤੇ ਫਿਰ ਸਾਰਿਆਂ ਦੇ ਸਾਹਮਣੇ ਮਹਾਰਾਜ ਪ੍ਰਗਟ ਕਰਕੇ ਦਿਖਾ ਦਿੰਦੇ ਹੈ। ਉਹਦੇ ਤਲੇ ਹੋਏ ਜਿਹੜੇ ਪਦਾਰਥ ਪੂੜੇ ਨੇ, ਉਹਦੇ ਵਿੱਚੋਂ ਲਹੂ, ਅਤੇ ਭਾਈ ਲਾਲੋ ਦੀ ਸੁੱਕੀ ਕੋਦਰੇ ਦੀ ਰੋਟੀ ਵਿੱਚੋਂ ਦੁੱਧ ਦੀ ਧਾਰਾ ਵਹਾ ਕੇ ਦਿਖਾਉਂਦੇ ਹੈ। ਅਤੇ ਮਲਕ ਭਾਗੋ ਨੂੰ ਕਹਿੰਦੇ ਹੈ, ਤੂੰ ਗਰੀਬਾਂ ਦੇ ਲਹੂ ਦੇ ਵਿੱਚ ਪੂੜੇ ਤਲੇ ਨੇ, ਇਸ ਭੋਜਨ ਨੂੰ ਖਾ ਕੇ ਤਾਂ ਬੁੱਧੀ ਭ੍ਰਿਸ਼ਟ ਹੋਵੇਗੀ, ਤਪੀਆਂ ਦੇ ਤਪ ਨਾਸ ਹੋ ਜਾਣਗੇ, ਸਤੀਆਂ ਦਾ ਸਤ ਜਾਂਦਾ ਰਹੇਗਾ, ਨਾਮ ਰਸੀਆਂ ਦੀ ਬਿਰਤੀ ਨਹੀਂ ਲੱਗਣੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ। ਇਹ ਭੋਜਨ ਮਨ ਨੂੰ ਵਿਚਲਾ ਦੇਵੇਗਾ। ਸੋ ਭੋਜਨ ਜਿਹੜਾ ਹੱਕ ਦੀ ਕਮਾਈ ਦਾ ਹੋਵੇ ਤਾਂ ਹੀ ਮਨ ਟਿਕਾਓ ਦੇ ਵਿੱਚ ਆਉਂਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਭਾਈ ਗੁਰਮੁਖਾਂ ਨੇ ਪ੍ਰੇਮ ਰਸ ਨੂੰ ਚਖਿਆ ਹੈ ਅਤੇ ਉਹਨਾਂ ਨੂੰ ਅੰਨ ਪਾਣੀ ਅਤੇ ਖਾਣ ਪੀਣ ਦੀ ਭੁੱਖ ਨਹੀਂ ਹੁੰਦੀ, ਤ੍ਰਿਸ਼ਨਾ ਨਹੀਂ ਹੁੰਦੀ। ਸ਼ਬਦ ਸੁਰਤ ਨੀਂਦ ਉਗੜੀ, ਜਾਗਦਿਆਂ ਸੁਖ ਰਹਿਣ ਵਿਹਾਣੀ। ਗੁਰਮੁਖਾਂ ਦੀ ਸ਼ਬਦ ਵਿੱਚ ਸੁਰਤ ਲੱਗਣ ਕਰਕੇ ਨੀਂਦ ਉਗੜੀ, ਅਗਿਆਨਤਾ ਦੀ ਨੀਂਦ ਉਗੜ ਗਈ, ਖਤਮ ਹੋ ਗਈ। ਅਗਿਆਨਤਾ ਦੀ ਨੀਂਦ ਉਹਨਾਂ ਦੀ ਨਾਸ਼ ਹੋ ਗਈ। ਜਾਗਦਿਆਂ ਸੁਖ ਰਹਿਣ ਵਿਹਾਣੀ, ਅਤੇ ਜਾਗਦਿਆਂ ਹੋਇਆਂ ਭਾਵ ਸੁਚੇਤ ਹੋਇਆਂ, ਸਾਵਧਾਨ ਹੋਇਆਂ, ਸਮਝ ਸੂਝ ਦੇ ਸਹਿਤ। ਜਾਗਣ ਦਾ ਭਾਵ ਹੁੰਦਾ ਹੈ
ਗੁਰੂ ਦੁਆਰਾ ਬਖਸ਼ੇ ਹੋਏ ਗਿਆਨ ਦੀ ਸੋਝੀ ਜਦੋਂ ਹੁੰਦੀ ਹੈ, ਗੁਰੂ ਦੇ ਗਿਆਨ ਨਾਲ ਜਦੋਂ ਸੋਝੀ ਹੁੰਦੀ, ਉਹ ਅਵਸਥਾ ਜਾਗਦਿਆਂ ਹੋਇਆਂ ਗੁਰਮੁਖ ਪਿਆਰੇ ਸੁਖ ਰਹਿਣ ਵਿਹਾਣੀ, ਅਵਸਥਾ ਰੂਪੀ ਰਾਤ ਸੁੱਖਾਂ ਦੇ ਸਹਿਤ ਬਤੀਤ ਕਰਦੇ ਹੈ। ਉਹਨਾਂ ਦੀ ਜਿਹੜੀ ਅਵਸਥਾ ਦੀ ਰਾਤ ਹੁੰਦੀ ਹੈ, ਉਹ ਸੁੱਖਾਂ ਦੇ ਵਿੱਚ ਬਤੀਤ ਹੁੰਦੀ ਹੈ। ਜ਼ਿੰਦਗੀ ਦੀ ਰਾਤ ਸੁੱਖਾਂ ਦੇ ਵਿੱਚ ਬਤੀਤ ਹੁੰਦੀ ਹੈ। ਉਹ ਸਦਾ ਹੀ ਅਗਿਆਨਤਾ ਦੀ ਨੀਂਦ ਨੂੰ ਦੂਰ ਕਰ ਲੈਂਦੇ ਹੈ ਔਰ ਗੁਰੂ ਗਿਆਨ ਨੂੰ ਸਦਾ ਹੀ ਧਾਰਨ ਕਰਕੇ ਆਪਣੇ ਜੀਵਨ ਨੂੰ ਜਿਉਂਦੇ ਹੈ। ਸਾਹੇ ਬੱਧੇ ਸੋਹਾਂ ਦੇ ਮੈਲਾ ਪੜ ਪਰਵਾਨ ਪਰਾਣੀ। ਉਹ ਗੁਰਮੁਖ ਪਿਆਰੇ ਗਾਨਾ ਬੱਧੇ ਲਾੜੇ ਵਾਂਗੂ ਸ਼ੋਭਦੇ ਹੈ। ਜਿਵੇਂ ਲਾੜਾ ਹੁੰਦਾ ਗਾਨਾ ਬੱਧਿਆ ਹੋਇਆ, ਉਹ ਸ਼ੋਭਦਾ ਨਾ, ਇਸੇ ਤਰ੍ਹਾਂ ਗੁਰਮੁਖ ਪਿਆਰੇ ਭਾਵੇਂ ਮੈਲੇ ਕੱਪੜੇ ਹੋਣ ਤਾਂ ਵੀ ਉਹ ਪ੍ਰਵਾਨ ਹਨ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਜਿਨ੍ਹਾਂ ਦੇ ਕੋਲ ਅੰਦਰ ਪਤ ਦੇ ਇੱਜ਼ਤ ਦੇ ਬਸਤਰ ਨੇ, ਬਾਹਰੋਂ ਭਾਵੇਂ ਫਟੇ ਹੋਏ ਬਸਤਰ ਨੇ, ਪਾਟੇ ਬਸਤਰ ਨੇ, ਉਹ ਸੰਸਾਰ ਵਿੱਚ ਭਲੇ ਪੁਰਸ਼ ਹਨ, ਉੱਤਮ ਪੁਰਸ਼ ਹਨ। ਸੋ ਜੀਵਨ ਜਿਨ੍ਹਾਂ ਦਾ ਉੱਚਾ, ਜਿਹੜਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਪਿਛਲੀ ਪੌੜੀ ਵਿੱਚ ਕੀਤਾ ਕਿ ਗੁਰਮੁਖ ਪਿਆਰੇ ਦਾ ਇਹ ਜੀਵਨ ਪਰਾਏ ਤਨ, ਪਰਾਏ ਧਨ, ਪਰਾਈ ਨਿੰਦਿਆ ਤੋਂ ਜਿਹੜਾ ਦੂਰ ਰਹਿੰਦਾ ਹੈ, ਸਦਾ ਹੀ ਹੰਕਾਰ ਨਹੀਂ ਕਰਦਾ, ਸੁਖ ਫਲ ਪ੍ਰੇਮ ਰਸ ਨੂੰ ਜਿਹਨੇ ਮਾਣਿਆ ਹੈ, ਖਾਣ ਪੀਣ ਦੀ ਕੋਈ ਤ੍ਰਿਸ਼ਨਾ ਨਹੀਂ, ਜਿਹਦੀ ਸ਼ਬਦ ਵਿੱਚ ਸੁਰਤ ਜੁੜ ਕੇ ਅਗਿਆਨਤਾ ਨਾਸ਼ ਹੋ ਗਈ ਹੈ, ਐਸਾ ਜਿਹੜਾ ਗੁਰਮੁਖ ਪਿਆਰਾ ਨਾ, ਉਹ ਗਾਨਾ ਬੱਧੇ ਹੋਏ ਲਾੜੇ ਵਾਂਗੂ ਸ਼ੋਭਾ ਪਾਉਂਦਾ ਹੈ। ਉਹ ਤਾਂ ਮੈਲੇ ਕੱਪੜਿਆਂ ਦੇ ਵਿੱਚ ਵੀ ਸ਼ੋਭਦਾ ਹੈ, ਕਿਉਂਕਿ ਉਹਦਾ ਜੀਵਨ ਉੱਚਾ ਹੈ, ਜੀਵਨ ਉਹਦਾ ਬਹੁਤ ਸੁੱਚਾ ਹੈ, ਪਵਿੱਤਰ ਹੈ। ਮਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੈਲ ਨਹੀਂ, ਨਾ ਪਾਪਾਂ ਦੀ, ਨਾ ਵਿਕਾਰਾਂ ਦੀ ਮੈਲ, ਨਾ ਈਰਖਾ ਦੀ ਮੈਲ। ਉਹਦਾ ਮਨ ਪਵਿੱਤਰ ਹੋਇਆ ਹੈ। ਅਤੇ ਇਹੋ ਜਿਹੇ ਪਵਿੱਤਰ ਮਨ ਵਾਲਾ ਗੁਰਮੁਖ ਪਿਆਰਾ, ਉਹ ਸਰੀਰ ਦੇ ਕੱਪੜੇ ਭਾਵੇਂ ਮੈਲੇ ਹੀ ਹੋਣ, ਉਹ ਸ਼ੋਭਾ ਪਾਉਂਦਾ ਹੈ, ਉਹ ਪ੍ਰਵਾਨ ਹੈ ਗੁਰੂ ਦੇ ਦਰ 'ਤੇ। ਚੱਲਣ ਜਾਣ ਸੁਜਾਨ ਹੋਏ, ਜਗ ਮਹਿਮਾਨ ਆਏ ਮਹਿਮਾਣੀ। ਚੱਲਣ ਜਾਣ, ਉਹ ਗੁਰਮੁਖ ਪਿਆਰਾ ਸੰਸਾਰ ਤੋਂ ਜੋ ਜਾਣ ਦੀ ਗੱਲ ਹੈ ਨਾ, ਇਹਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸੰਸਾਰ ਵਿੱਚੋਂ ਚਲੇ ਜਾਣਾ ਜਾਣ ਕੇ ਉਹ ਸਦਾ ਹੀ ਸੁਜਾਨ ਹੋਏ, ਸੁਚੇਤ ਹੁੰਦੇ ਹੈ। ਜਗ ਮਹਿਮਾਨ ਆਏ ਮਹਿਮਾਣੀ, ਅਤੇ ਉਹ ਸੰਸਾਰ ਦੇ ਵਿੱਚ ਪ੍ਰਾਹੁਣਚਾਰੀ ਸਮਝ ਕੇ ਪ੍ਰਾਹੁਣਿਆਂ ਵਾਂਗੂ ਆਏ ਜਾਣਦੇ ਹੈ। ਵੀ ਜਿਵੇਂ ਪ੍ਰਾਹੁਣਾ ਹੁੰਦਾ ਹੈ, ਉਹ ਘਰ ਵਿੱਚ ਆਵੇ, ਉਹਨੂੰ ਪਤਾ ਹੁੰਦਾ ਹੈ ਮੈਂ ਕੁਝ ਸਮਾਂ ਇੱਥੇ ਰਹਿਣਾ, ਫਿਰ ਚਲੇ ਜਾਣਾ ਹੈ। ਗੁਰਮੁਖ ਪਿਆਰੇ ਸੰਸਾਰ ਵਿੱਚ ਆਪਣੇ ਆਪ ਨੂੰ ਸਮਝਦੇ ਪ੍ਰਾਹੁਣਿਆਂ ਵਾਂਗ, ਵੀ ਇੱਥੇ ਸਦਾ ਨਹੀਂ ਰਹਿਣਾ ਸੰਸਾਰ ਦੇ ਵਿੱਚ। ਇੱਕ ਦਿਨ ਜਦੋਂ ਸੱਦਾ ਆਇਆ, ਤੁਰ ਜਾਣਾ ਹੈ। ਘਰ ਘਰ ਇਹੋ ਪਾਹੁਚਾ, ਸੱਦੜੇ ਨਿਤ ਪਵਨ, ਸੱਦਣਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ। ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਸਾਨੂੰ ਬਹੁਤ ਵਾਰਾਂ ਸਮਝਾਇਆ ਹੈ। ਪਾਤਸ਼ਾਹ ਦਾ ਬਚਨ ਹੈ, ਇੱਥੇ ਸੰਸਾਰ ਦੇ ਵਿੱਚ ਫੁੱਲਾਂ ਦਾ ਖੇੜਾ ਵੀ ਸਦਾ ਰਹਿਣ ਵਾਲਾ ਨਹੀਂ। ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪਤ ਜਿਉਂ, ਢਾਲ ਢੁਲ ਜੁੰਮਣ ਹਾਰ। ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨੌ ਹੁਲਾ, ਦਿਨ ਥੋੜੜੇ ਥੱਕੇ, ਭਇਆ ਪੁਰਾਣਾ ਚੋਲਾ। ਕੀ ਨਾ ਸੁਣੇ ਹੀ ਗੋਰੀਏ, ਆਪਣ ਕੰਨੀ ਸੋਏ, ਲਗੀ ਆਵਹਿ ਸਾਹੁਰੈ, ਨਿਤ ਨਾ ਪਈਆ ਹੋਏ। ਮਹਾਰਾਜ ਜੀ ਕਹਿੰਦੇ, ਵੇਖੋ ਧਨ, ਦੂਜਾ ਜੋਬਨ ਜਵਾਨੀ, ਤੀਜਾ ਫੁੱਲਾਂ ਦਾ ਖੇੜਾ, ਅਤੇ ਚੌਥਾ ਨਾਠੀ ਅੜੇ ਪ੍ਰਾਹੁਣੇ। ਇਹ ਸਦਾ ਨਹੀਂ ਰਹਿੰਦੇ। ਨਾ ਧਨ ਸਦਾ ਰਹਿੰਦਾ, ਨਾ ਜਵਾਨੀ ਰਹਿੰਦੀ, ਨਾ ਫੁੱਲਾਂ ਦਾ ਖੇੜਾ ਸਦਾ ਰਹਿੰਦਾ ਹੈ, ਅਤੇ ਨਾ ਹੀ ਪ੍ਰਾਹੁਣੇ ਸਦਾ ਘਰਾਂ 'ਚ ਰਹਿੰਦੇ ਹੈ। ਇਹ ਖਿੰਨ ਸਮੇਂ ਦੀਆਂ ਖੇਡਾਂ ਨੇ, ਖਤਮ ਹੋ ਜਾਂਦੇ ਨੇ। ਪੱਬਣ ਕੇਰੇ ਪਤ ਜਿਉਂ, ਢਲ ਢੁਲ ਜੁੰਮਣ ਹਾਰ। ਪਾਣੀ ਢਲ ਗਿਆ, ਚੁਪੱਤੀ ਖਤਮ ਹੋ ਜਾਂਦੀ ਹੈ,
ਸੋ ਸਮਾਂ ਆਉਣ 'ਤੇ ਹਰੇਕ ਚੀਜ਼ ਕ੍ਰਿਸ਼ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ। ਇਸ ਲਈ ਤੂੰ ਮਾਲਕ ਪ੍ਰਭੂ ਦੇ ਨਾਮ ਦਾ ਰਸ ਮਾਣ ਲੈ, ਪ੍ਰੇਮ ਦਾ ਰਸ ਮਾਣ। ਇਹ ਸਰੀਰ ਚੋਲਾ ਪੁਰਾਣਾ ਹੋ ਜਾਣਾ ਇੱਕ ਦਿਨ। ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਇਆ ਜੀਵ ਇਸਤਰੀਏ, ਤੂੰ ਕੰਨਾਂ ਦੇ ਵਿੱਚ ਇਹ ਸੋਏ ਨਹੀਂ ਸੁਣੀ ਵੀ ਜਿੰਨੀਆਂ ਜੀਵ ਇਸਤਰੀਆਂ ਨੇ ਸਹੁਰੇ ਘਰ ਨੂੰ ਤੁਰੀਆਂ ਜਾਂਦੀਆਂ ਨੇ, ਪਰਲੋਕ ਨੂੰ ਜਾ ਰਹੀਆਂ ਨੇ, ਅਤੇ ਤੈਨੂੰ ਵੀ ਇੱਕ ਦਿਨ ਇਹ ਪੇਕਾ ਘਰ ਸੰਸਾਰ ਛੱਡ ਕੇ ਪਰਲੋਕ ਨੂੰ ਜਾਣਾ ਪੈਣਾ ਹੈ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ। ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਹੋਵੇ ਨਾ ਦੁਨੀਆ ਤੋਂ ਚਲੇ ਜਾਣਾ, ਉਹ ਬਹੁਤੇ ਖਿਲਾਰੇ ਨਹੀਂ ਖਿਲਾਰਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰਮੁਖ ਪਿਆਰੇ ਚੱਲਣ ਜਾਣ ਸੁਜਾਨ ਹੋਏ। ਦੁਨੀਆ ਤੋਂ ਚਲੇ ਜਾਣਾ, ਇਸ ਜੁਗਤੀ ਨੂੰ ਜਾਣ ਕੇ ਉਹ ਸੁਚੇਤ ਹੁੰਦੇ ਹੈ, ਅਤੇ ਸੰਸਾਰ ਦੇ ਵਿੱਚ ਪ੍ਰਾਹੁਣਚਾਰੀ ਜਾਣ ਕੇ ਪ੍ਰਾਹੁਣਿਆਂ ਵਾਂਗੂ ਸਮਝਦੇ ਆਪਣੇ ਆਪ ਨੂੰ। ਸੱਚ ਵਣਜ ਖੇਪ ਲੈ ਚੱਲੇ, ਗੁਰਮੁਖ ਗਾਡੀ ਰਾਹੋ ਨੀਸਾਣੀ। ਗੁਰਮੁਖ ਪਿਆਰੇ ਸੱਚੇ ਵਣਜ ਦੀ ਖੇਪ ਲੈ ਕੇ ਚੱਲਦੇ ਹੈ। ਸੱਚੇ ਵਣਜ ਦਾ ਸੌਦਾ ਉਹ ਲੈ ਕੇ ਚੱਲਦੇ ਹੈ, ਨਾਮ ਦਾ ਸੌਦਾ ਲੈ ਕੇ ਚੱਲਦੇ ਹੈ। ਗੁਰਮੁਖ ਗਾਡੀ ਰਾਹੋ ਨੀਸਾਣੀ। ਅਤੇ ਗੁਰਮੁਖਾਂ ਦੇ ਗਾਡੀ ਰਾਹ ਦੀ ਇਹੋ ਨਿਸ਼ਾਨੀ ਹੈ ਕਿ ਉਹ ਸੱਚ ਦਾ ਵਪਾਰ ਕਰਦੇ ਹੈ, ਸੱਚ ਦੇ ਵਿੱਚ ਪਰਪੱਕ ਹੁੰਦੇ ਹੈ, ਨਾਮ ਜਪਦੇ ਹੈ। ਇਹ ਨਿਸ਼ਾਨੀ ਹੈ ਉਹਨਾਂ ਦੀ। ਹਲਤ ਪਲਤ ਮੁਖ ਉਜਲੇ, ਗੁਰ ਸਿੱਖ ਗੁਰ ਸਿੱਖਾਂ ਮਨ ਭਾਣੀ। ਗੁਰਮੁਖਾਂ ਦੇ ਲੋਕ ਪਰਲੋਕ ਦੇ ਵਿੱਚ ਮੁਖ ਉਜਲੇ ਹਨ। ਕਿਉਂ? ਗੁਰ ਸਿੱਖ ਵੱਖਰਾ ਵੱਖਰਾ, ਗੁਰ ਸਿੱਖ ਗੁਰੂ ਦੀ ਸਿੱਖਿਆ। ਗੁਰ ਸਿੱਖਾਂ ਮਨ ਭਾਣੀ, ਗੁਰੂ ਕੇ ਸਿੱਖਾਂ ਨੂੰ ਮਨ ਵਿੱਚ ਪਿਆਰੀ ਲੱਗਦੀ ਹੈ। ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਉਹਨਾਂ ਨੂੰ ਪਿਆਰਾ ਲੱਗਦਾ ਹੈ, ਅਤੇ ਗੁਰੂ ਉਪਦੇਸ਼ ਦੀ ਕਮਾਈ ਕਰਦੇ ਹੈ, ਜਿਸ ਕਰਕੇ ਹਲਤ ਪਲਤ ਲੋਕ ਪਰਲੋਕ ਦੇ ਵਿੱਚ ਉਹਨਾਂ ਦੇ ਮੁਖ ਉਜਲੇ ਹੁੰਦੇ ਹੈ। ਆਪਾਂ ਰੋਜ਼ ਸਾਹਿਬ ਦਾ ਬਚਨ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਜਪਿਆ, ਮਸਕਤ ਕਾਲ ਮਿਹਨਤਾਂ ਘਾਲ ਕੇ ਸੇਵਾ ਕਰਕੇ ਸਿਮਰਨ ਕਰਕੇ ਗਏ ਹੈ, ਉਹਨਾਂ ਦੇ ਮੁਖ ਉਜਲੇ ਨੇ, ਅਤੇ ਉਹਨਾਂ ਦੀ ਸੰਗਤ ਕਰਨ ਵਾਲੀ ਕਿਤਨੀ ਹੀ ਸ੍ਰਿਸ਼ਟੀ ਉਹਦਾ ਵੀ ਪਾਰ ਉਤਾਰਾ ਹੋ ਗਿਆ ਹੈ। ਸੋ ਐਸਾ ਹੈ ਗੁਰਮੁਖਾਂ ਦਾ ਜੀਵਨ। ਸਾਧ ਸੰਗਤ ਵਿੱਚ ਅਕਥ ਕਹਾਣੀ। ਸਾਧ ਸੰਗਤ ਵਿੱਚ ਅਕਥ ਪ੍ਰਭੂ ਦੀ ਕਹਾਣੀ ਹੁੰਦੀ ਹੈ। ਸਾਧ ਸੰਗਤ ਵਿੱਚ ਸਦਾ ਹੀ ਪਰਮੇਸ਼ਰ ਦਾ ਜਸ ਗਾਇਨ ਕੀਤਾ ਜਾਂਦਾ ਹੈ। ਗੁਰਮੁਖ ਸਾਧ ਸੰਗਤ ਕਰਦੇ ਹੋਏ ਪ੍ਰਭੂ ਦਾ ਜਸ ਕਰਦੇ ਹੈ, ਅਤੇ ਪ੍ਰਭੂ ਦਾ ਜਸ ਕੰਨਾਂ ਨਾਲ ਸੁਣਦੇ ਹੈ। ਇਸ ਤਰ੍ਹਾਂ ਗੁਰਮੁਖ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਹੈ। ਸੋ ਭਾਈ ਗੁਰਦਾਸ ਜੀ ਦੀਆਂ ਪਵਿੱਤਰ 29ਵੀਂ ਵਾਰ ਦੀ 12 ਪੌੜੀ ਤੱਕ ਇਹ ਵਿਚਾਰ ਹੋਈ ਹੈ। ਸਤਿਗੁਰੂ ਮਿਹਰ ਕਰਨ। ਖਾਲਸਾ ਜੀ ਅੱਜ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਿਆਈ ਬਖਸ਼ੀ। ਸਾਰਿਆਂ ਨੂੰ ਸਤਿਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਪਾਇਆ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜੀਓ। ਸਾਰਿਆਂ ਨੂੰ ਗੁਰੂ ਰਾਮਦਾਸ ਦੇ ਚਰਨਾਂ 'ਤੇ ਨਿਵਾ ਦਿੱਤਾ। ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ। ਸਭ ਸਿੱਖ ਬੰਧਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਸਾਰਿਆਂ ਨੂੰ ਗੁਰੂ ਰਾਮਦਾਸ ਦੇ ਚਰਨੀ ਪਾਇਆ। ਗੁਰਿਆਈ ਦਾ ਤਖਤ ਬਖਸ਼ ਦਿੱਤਾ। ਉਪਰੰਤ ਸਤਿਗੁਰੂ ਪਾਤਸ਼ਾਹ ਜੀ ਨੇ ਆਖਰੀ ਦੀਵਾਨ ਸਜਾਇਆ ਹੈ, ਅਤੇ ਆਖਰੀ ਦੀਵਾਨ ਸਜਾ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਤ ਵੇਲੇ ਸਤਿਗੁਰੂ ਨੇ ਸਾਰਾ ਪਰਿਵਾਰ ਵੀ ਸੱਦਿਆ, ਗੁਰਸਿੱਖ ਆਏ, ਸਾਰਿਆਂ ਨੂੰ ਅੰਤ ਵੇਲੇ ਮਹਾਰਾਜ ਜੀ ਨੇ ਸਿੱਖਿਆ ਦਿੱਤੀ। ਜੋ ਸਿੱਖਿਆ ਮਹਾਰਾਜ ਗੁਰੂ ਅਮਰਦਾਸ ਜੀ ਨੇ ਬਖਸ਼ੀ,
ਸਤਿਗੁਰੂ ਅਮਰਦਾਸ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਉਹ ਸਿੱਖਿਆ ਰਾਮਕਲੀ ਸੱਧ ਵਿੱਚ ਅੰਕਿਤ ਕੀਤੀ ਹੈ। ਰਾਮਕਲੀ ਸੱਧ ਬਾਬਾ ਸੁੰਦਰ ਜੀ ਦਾ, ਗੁਰੂ ਅਮਰਦਾਸ ਜੀ ਦੇ ਪੜਪੋਤੇ, ਉਹਨਾਂ ਦਾ ਉਚਾਰਨ ਕੀਤਾ ਹੋਇਆ 6 ਪੌੜੀਆਂ ਹਨ। ਜੋ ਜੋ ਅੰਤ ਵੇਲੇ ਸਤਿਗੁਰੂ ਨੇ ਸਿੱਖਿਆਵਾਂ ਦਿੱਤੀਆਂ ਉਹ ਬਾਬਾ ਸੁੰਦਰ ਜੀ ਨੇ ਉਚਾਰਨ ਕੀਤੀਆਂ। ਬਾਅਦ ਵਿੱਚ ਹਜੂਰ ਨੇ ਬਚਨ ਕੀਤੇ ਵੀ ਸਾਨੂੰ ਰੱਬੀ ਹੁਕਮ ਆ ਗਿਆ ਹੈ ਸੰਸਾਰ ਤੋਂ ਜਾਣ ਦਾ, ਇਸ ਲਈ ਅਸੀਂ ਹੁਣ ਸਰੀਰਕ ਚੋਲਾ ਤਿਆਗ ਕਰਕੇ ਸੰਸਾਰ ਤੋਂ ਚੱਲੇ ਹਾਂ। ਗੁਰਿਆਈ ਗੁਰੂ ਰਾਮਦਾਸ ਜੀ ਨੂੰ ਬਖਸ਼ ਦਿੱਤੀ ਹੈ। ਸਾਰਿਆਂ ਨੇ ਗੁਰੂ ਰਾਮਦਾਸ ਜੀ ਨੂੰ ਸਾਡਾ ਰੂਪ ਜਾਣਨਾ, ਸਦਾ ਹੀ ਇਹਨਾਂ ਦੀ ਆਗਿਆ ਦੇ ਵਿੱਚ ਰਹਿਣਾ। ਸਾਡੇ ਜਾਣ ਤੋਂ ਬਾਅਦਾਂ ਕਿਸੇ ਨੇ ਰੋਣਾ ਨਹੀਂ, ਪਿੱਟਣਾ ਨਹੀਂ। ਸਾਡੇ ਜਾਣ ਤੋਂ ਬਾਅਦਾਂ ਕੀਰਤਨ ਕਰਨਾ ਹੈ, ਪਰਮੇਸ਼ਰ ਦੀਆਂ ਸਿਫਤ ਸਲਾਹਾਂ ਦੀ ਕਥਾ ਕਰਨੀ ਹੈ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਆ ਹੋ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸੱਦਿਆ ਹੋ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਅੰਤ ਵੇਲੇ ਸਤਿਗੁਰੂ ਬਚਨ ਬੋਲੇ। ਮਹਾਰਾਜ ਕਹਿੰਦੇ ਸਾਡੇ ਪਿੱਛੋਂ ਸਰੀਰ ਤਿਆਗਣ ਤੋਂ ਬਾਅਦ ਨਿਰਵਾਣ ਕੀਰਤਨ ਕਰਨਾ ਹੈ, ਜਿਹੜਾ ਕੀਰਤਨ ਵਾਸ਼ਨਾ ਤੋਂ ਰਹਿਤ ਕਰ ਦਿੰਦਾ ਹੈ। ਕੇਸੋ ਗੋਪਾਲ ਪੰਡਤ ਸੱਦਿਆ ਹੋ, ਕੇਸੋ ਜੋ ਕੇਸਾ ਧਾਰੀ ਹੈ ਪਰਮੇਸ਼ਰ, ਗੋਪਾਲ ਗੋ ਧਰਤੀ ਦੀ ਪਾਲਣਾ ਕਰਨ ਵਾਲਾ, ਉਹਦਾ ਜਸ ਕਰਨ ਵਾਲੇ ਵਿਦਵਾਨ ਸੱਜਣਾ ਨੂੰ ਸੱਦਿਓ। ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਹਰ ਹਰ ਕਥਾ, ਜੋ ਹਰੀ ਦੀ ਕਥਾ ਕਰਨੀ ਹੈ, ਮਾਲਕ ਦਾ ਜਸ ਕਰਨਾ ਹੈ, ਮਹਾਰਾਜ ਕਹਿੰਦੇ ਇਹੀ ਪੁਰਾਣਾਂ ਦਾ ਪੜ੍ਹਨਾ। ਭਾਵ ਪਰਮੇਸ਼ਰ ਦੀ ਕਥਾ ਰੂਪ ਪੁਰਾਣਾਂ ਨੂੰ ਪੜ੍ਹਨਾ ਕਰਿਓ। ਸਨਾਤਨ ਮਤ ਦੇ ਵਿੱਚ ਕੋਈ ਗਰੁੜ ਪੁਰਾਣ ਦੀ ਕਥਾ ਕਰਦਾ ਸੀ, ਗਰੁੜ ਪੁਰਾਣ ਨੂੰ ਪੜ੍ਹਦਾ ਸੀ। ਮਹਾਰਾਜ ਕਹਿੰਦੇ ਸਾਡੇ ਜਾਣ ਤੋਂ ਬਾਅਦਾਂ ਵਾਹਿਗੁਰੂ ਦੀਆਂ ਸਿਫਤਾਂ ਕਰਨੀਆਂ, ਕੀਰਤਨ ਕਰਨਾ, ਕਿਸੇ ਨੇ ਰੋਣਾ ਨਹੀਂ, ਪਿੰਡ ਨਹੀਂ ਭਰਨੇ, ਹੋਰ ਕੋਈ ਕਿਰਿਆ ਨਹੀਂ ਕਰਨੀ, ਮਾਲਕ ਦੀਆਂ ਸਿਫਤਾਂ ਕਰਨੀਆਂ, ਅਰਦਾਸ ਕਰਨੀ ਹੈ। ਸੋ ਅੰਤ ਵੇਲੇ ਇਹ ਉਪਦੇਸ਼ ਦਿੱਤਾ ਹਜੂਰ ਨੇ। ਭਾਈ ਬੱਲੂ ਜੀ ਕੋਲ ਨੇ, ਬਾਬਾ ਬੁੱਢਾ ਸਾਹਿਬ ਜੀ ਕੋਲ ਹਨ, ਧੰਨ ਗੁਰੂ ਰਾਮਦਾਸ ਜੀ ਕੋਲ ਹਨ, ਬਾਬਾ ਮੋਹਰੀ ਜੀ ਕੋਲ ਹਨ, ਹੋਰ ਗੁਰੂ ਕੇ ਪਿਆਰੇ ਸਿੱਖ ਕੋਲ ਨੇ। ਅੰਤ ਵੇਲੇ ਉਪਦੇਸ਼ ਦੇ ਕੇ ਗੁਰੂ ਅਮਰਦਾਸ ਮਹਾਰਾਜ ਜੀ ਚਿੱਟਾ ਚਾਦਰਾ ਲੈ ਕੇ ਆਪਣੇ ਤਨ 'ਤੇ ਲੰਮੇ ਪੈ ਗਏ ਔਰ ਹਜੂਰ ਨੇ ਇਹ ਆਪਣਾ ਪੰਜ ਭੌਤਿਕ ਸਰੀਰ ਤਿਆਗ ਦਿੱਤਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਗੁਰੂ ਜੋਤ ਪਰਮੇਸ਼ਰ ਦੀ ਜੋਤ ਵਿੱਚ ਮਿਲ ਗਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਦਿਨ ਬਿਕਰਮੀ ਸੰਮਤ 1631 ਭਾਦੋਂ ਸੁਦੀ ਪੂਰਨਮਾਸ਼ੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਜੋਤੀ ਜੋਤ ਸਮਾ ਗਏ। ਸਤਿਗੁਰੂ ਮਹਾਰਾਜ ਜੀ ਦੇ ਅੰਤਮ ਸੰਸਕਾਰ ਦੇ ਵਾਸਤੇ ਬਿਆਸ ਦਰਿਆ ਦੇ ਕੰਢੇ 'ਤੇ ਚੰਦਨ ਦੀ ਚਿਖਾ ਸਜਾਈ ਗਈ। ਬਿਆਸ ਦਰਿਆ ਦੇ ਨਿਰਮਲ ਜਲ ਦੇ ਨਾਲ ਅੰਤਮ ਇਸ਼ਨਾਨ ਕਰਵਾਇਆ, ਸੁੰਦਰ ਬਸਤਰ ਪਵਾਏ। ਹਜੂਰ ਦਾ ਵਿਵਾਨ ਧੰਨ ਗੁਰੂ ਰਾਮਦਾਸ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ, ਬਾਬਾ ਮੋਹਰੀ ਅਤੇ ਭਾਈ ਬੱਲੂ ਜੀ ਨੇ ਆਪਣੇ ਮੋਢਿਆਂ 'ਤੇ ਚੁੱਕਿਆ। ਚੰਦਨ ਦੀ ਚਿਖਾ ਉੱਤੇ ਸਤਿਗੁਰੂ ਦਾ ਪਵਿੱਤਰ ਸਰੀਰ ਰੱਖ ਕੇ ਬਾਬਾ ਮੋਹਰੀ ਜੀ ਨੇ ਚੰਡਾ ਲਾਇਆ, ਭਾਵ ਅਗਨ ਭੇਟ ਕੀਤਾ। ਹਜੂਰ ਦਾ ਅੰਤਮ ਸੰਸਕਾਰ ਕੀਤਾ ਗਿਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਹਜੂਰ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਸਿੱਖੀ ਦਾ ਪ੍ਰਚਾਰ ਕੇਂਦਰ ਬਣਾਇਆ। ਆਪ ਜੀ ਵੱਖ-ਵੱਖ ਥਾਵਾਂ 'ਤੇ ਵੀ ਗਏ। ਤੀਰਥਾਂ 'ਤੇ ਜਾ ਕਰਕੇ ਭੁੱਲੀ ਭਟਕੀ ਲੋਕਾਈ ਨੂੰ ਮਹਾਰਾਜ ਜੀ ਨੇ ਪ੍ਰੇਮਾ ਭਗਤੀ ਦਾ ਉਪਦੇਸ਼ ਦਿੱਤਾ। 22 ਮੰਜੀਆਂ ਸਥਾਪਿਤ ਕੀਤੀਆਂ ਔਰ ਬੌਲੀ ਸਾਹਿਬ ਦੀ ਰਚਨਾ ਕੀਤੀ। ਅਨੇਕਾਂ ਹੀ ਗੁਰਸਿੱਖਾਂ ਦੀ ਕਲਿਆਣ ਕੀਤੀ। ਅੰਮ੍ਰਿਤ ਬਾਣੀ ਉਚਾਰ ਕੇ ਸੰਸਾਰ ਭੌਜਲ ਵਿੱਚ ਡੁੱਬਦੇ ਹੋਏ ਜੀਵਾਂ ਨੂੰ ਹਜੂਰ ਨੇ ਤਾਰਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਭੱਟ ਸਾਹਿਬਾਨਾਂ ਨੇ ਸਵਈਏ ਉਚਾਰਨ ਕੀਤੇ ਹਨ।
ਗੁਰੂ ਅਮਰਦਾਸ ਮਹਾਰਾਜ ਜੀ ਦੇ ਦੱਸੇ ਹੋਏ ਰਸਤੇ 'ਤੇ ਜਿਹੜੇ ਚਰਨ ਚੱਲਦੇ ਆ ਉਹ ਚਰਨ ਤਾਂ ਸਫਲ ਹੁੰਦੇ ਆ। ਜਿਹੜੇ ਹੱਥ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਛੋਹ ਜਾਣ ਉਹ ਹੱਥ ਸਫਲੇ ਹੋ ਗਏ। ਜਿਨ੍ਹਾਂ ਨੇਤਰਾਂ ਨੇ ਸਤਿਗੁਰੂ ਅਮਰਦਾਸ ਜੀ ਦੇ ਦੀਦਾਰ ਕਰ ਲਏ ਉਹ ਨੇਤਰ ਸਫਲੇ। ਜਿਹੜੀ ਰਸਨਾ ਗੁਰੂ ਅਮਰਦਾਸ ਜੀ ਦੇ ਗੁਣ ਗਾਉਂਦੀ ਹੈ, ਸਿਫਤਾਂ ਕਰਦੀ ਹੈ, ਉਹ ਰਸਨਾ ਸਫਲ ਹੈ। ਜਿਸ ਹਿਰਦੇ ਦੇ ਵਿੱਚ ਜਗਤ ਦੇ ਪਿਤਾ ਸਤਿਗੁਰੂ ਅਮਰਦਾਸ ਜੀ ਵਸਦੇ ਆ ਉਹ ਹਿਰਦਾ ਸਫਲ ਹੈ। ਉਹ ਮੱਥਾ ਸਫਲ ਜਿਸ ਮਸਤਕ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਹੈ। ਭੱਟ ਸਾਹਿਬਾਨ ਉਚਾਰਨ ਕਰਦੇ ਨੇ, ਚਰਨ ਤਾ ਪਰ ਸਕਿਆਥ ਚਰਨ ਗੁਰ ਅਮਰ ਪਵਲ ਰਹਿ। ਹੱਥ ਤਾ ਪਰ ਸਕਿਆਥ ਹੱਥ ਲੱਗਹਿ ਗੁਰ ਅਮਰ ਪੈ। ਜੀਹ ਤਾ ਪਰ ਸਕਿਆਥ ਜੀਹ ਗੁਰ ਅਮਰ ਭਣੀਜੈ। ਨੈਣ ਤਾ ਪਰ ਸਕਿਆਥ ਨੈਣ ਗੁਰ ਅਮਰ ਪਖੀਜੈ। ਸਕਿਆਥ ਸੋ ਹੀਓ ਜਿਤ ਹੀਅ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ। ਭੱਟ ਜਾਲਪ ਜੀ ਕਹਿੰਦੇ ਹੈ ਜਿਹੜਾ ਸਿਰ ਨਿਤ ਗੁਰੂ ਅਮਰਦਾਸ ਦੇ ਚਰਨਾਂ 'ਤੇ ਝੁਕਦਾ ਹੈ ਉਹ ਸਿਰ ਉਹ ਮੱਥਾ ਸਫਲ ਹੈ। ਸਤਿਗੁਰੂ ਦੀ ਮਹਿਮਾ ਵਡਿਆਈ ਕਥਨ ਕਹਿਣ ਤੋਂ ਬਾਹਰੀ ਹੈ। ਕਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਆਕਾਸ਼ ਦੇ ਵਿੱਚ ਜਦੋਂ ਬੱਦਲ ਚੜ੍ਹ ਕੇ ਆਉਂਦੇ ਕਿੰਨੀਆਂ ਕਣੀਆਂ ਬੂੰਦਾਂ ਧਰਤੀ 'ਤੇ ਡਿੱਗਦੀਆਂ ਨੇ। ਕਨ ਹਰ ਬੂੰਦ ਬਸੋ ਰੋ ਮਾਵਲ ਧਰਤੀ 'ਤੇ ਵਸੀ ਹੋਈ ਬਨਸਪਤੀ। ਬਸੰਤ ਰੁੱਤ ਵਿੱਚ ਖਿੜੇ ਹੋਏ ਫੁੱਲ ਗਿਣਤੀ ਵਿੱਚ ਨਹੀਂ ਆਉਂਦੇ। ਰਵ ਸਸ ਕਿਰਨ ਉਦਰ ਸਾਗਰ ਕੋ ਸੂਰਜ ਚੰਦਰਮਾ ਦੀਆਂ ਕਿਰਨਾਂ ਕੋਈ ਗਿਣਤੀ ਨਹੀਂ। ਸਮੁੰਦਰ ਦਾ ਪੇਟ ਕਿੰਨਾ ਕੁ ਪਾਣੀ ਹੈ ਕੋਈ ਮਿਣਤੀ ਨਹੀਂ। ਗੰਗਾ ਦੀਆਂ ਲਹਿਰਾਂ ਇਹ ਗਿਣਤੀ ਵਿੱਚ ਆਉਣ ਵਾਲੀਆਂ ਨਹੀਂ। ਰੁਦਰ ਧਿਆਨ ਗਿਆਨ ਸਤਿਗੁਰ ਕੇ। ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਦੁਆਰਾ ਕੋਈ ਸ਼ਿਵ ਜੀ ਵਾਂਗ ਲੰਮੀ ਸਮਾਧੀ ਲਾ ਕੇ ਕਬ ਜਨ ਭਲ ਉਨਹਿ ਜੋ ਗਾਵੈ। ਭੱਟ ਭੱਲ ਜੀ ਕਹਿੰਦੇ ਭਾਵੇਂ ਇਹਨਾਂ ਚੀਜ਼ਾਂ ਨੂੰ ਕੋਈ ਗਾ ਲਵੇ ਗਿਣ ਲਵੇ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਭੱਲਿਆਂ ਦੀ ਕੁਲ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੀ ਉਪਮਾ ਤੁਹਾਡੇ ਗੁਣ ਤੁਹਾਨੂੰ ਹੀ ਬਣੇ ਆਉਂਦੇ ਹੈ। ਗਿਣ ਕੇ ਨਹੀਂ ਦੱਸੇ ਜਾ ਸਕਦੇ ਤੁਹਾਡੇ ਵਿੱਚ ਕਿੰਨੇ ਕੁ ਗੁਣ ਹਨ। ਐਸੇ ਦੀਨ ਦਿਆਲ ਪਰਉਪਕਾਰੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਕਰੋੜਾਂ ਵਾਰ ਨਮਸਕਾਰ ਹੈ। ਹਜੂਰ ਦੀ ਬਾਣੀ ਆਪਾਂ ਰੋਜ਼ ਨਿਤਨੇਮ ਵਿੱਚ ਆਨੰਦ ਸਾਹਿਬ ਪੜ੍ਹਦੇ ਹਾਂ। ਜੀਵਨ ਦਾ ਆਨੰਦ ਬਖਸ਼ਦੀ ਹੈ। ਸਤਿਗੁਰੂ ਕਿਰਪਾ ਕਰਨ ਵਿਚਾਰਾਂ ਕਰਦੇ ਹਾਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸੰਗਤ ਨੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅਗਾਂ ਵਾਸਤੇ ਸੁਮਤ ਬਖਸ਼ਣੀ ਜੀ। ਹਾਲਤ ਪਲਤ ਮੁਖ ਉਜਲੇ ਗੁਰ ਸਿੱਖ ਗੁਰ ਸਿੱਖਾਂ ਮਨ ਭਾਣੀ। ਸਾਧ ਸੰਗਤ ਵਿੱਚ ਅਕਥ ਕਹਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।